ਹੈਲੋ ਦੋਸਤੋ, ਤੁਹਾਡੇ ਆਪਣੇ ਚੈਨਲ ਪੰਜਾਬੀ ਬਲੇਜ਼ 'ਤੇ ਤੁਹਾਡਾ ਹਾਰਦਿਕ ਸਵਾਗਤ ਹੈ। ਅੱਜ ਮੈਂ ਤੁਹਾਡੇ ਲਈ ਇੱਕ ਅਜਿਹੇ ਚਾਚੇ ਦੀ ਕਹਾਣੀ ਲੈ ਕੇ ਆਇਆ ਹਾਂ ਜੋ ਇੱਕ ਪਖੰਡੀ ਸਾਧ ਬਣ ਗਿਆ ਹੈ ਅਤੇ ਉਸ ਨੂੰ ਆਪਣੀਆਂ ਮੁਟਿਆਰ ਧੀਆਂ ਦੀ ਵੀ ਕੋਈ ਫਿਕਰ ਨਹੀਂ। ਤਾਂ ਇਹ ਕਹਾਣੀ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ। ਜਿਸ ਮਾਂ ਦਾ ਇੱਕੋ ਇੱਕ ਪੁੱਤਰ ਆਪਣੇ ਹਿੱਸੇ ਦੀ ਜ਼ਮੀਨ ਵੇਚ ਕੇ ਪ੍ਰਦੇਸ ਜਾ ਵੜੇ, ਉਸ ਨਾਲੋਂ ਦੁਖਿਆਰੀ ਕੌਣ ਹੋ ਸਕਦੀ ਹੈ। ਜਿਸ ਚਾਚੇ ਦਾ ਧੀਆਂ ਦੇ ਮੂੰਹ ਚੋਂ ਦੁੱਧ ਘਿਓ ਖੋ ਖੋ ਕੇ ਪਾਲਿਆ ਭਤੀਜਾ ਆਪਣੇ ਹਿੱਸੇ ਦੀ ਜ਼ਮੀਨ ਗਹਿਣੇ ਧਰ ਦੇਵੇ, ਉਸ ਦੇ ਨਾਲੋਂ ਵੱਡਾ ਸੱਲ ਕਿਸ ਨੂੰ ਹੋ ਸਕਦਾ ਹੈ। ਅਤੇ ਜਿਨ੍ਹਾਂ ਕੁੜੀਆਂ ਦਾ ਸਕਾ ਵੀਰ ਕੋਈ ਨਾ ਹੋਵੇ ਤੇ ਤਾਏ ਦਾ ਪੁੱਤਰ ਇੱਕ ਦਿਨ ਵਿਸਾਖੀ ਵੇਖਣ ਗਿਆ, ਬਸ ਲੰਡਨ ਜਾ ਕੇ ਹੀ ਚਿੱਠੀ ਲਿਖੇ, ਉਹਨਾਂ ਦਾ ਤਾਂ ਦਿਲ ਹੀ ਪੁੱਛਿਆ ਜਾਣਗੇ। ਬੇਰੁਜ਼ਗਾਰੀ ਤੋਂ ਤੰਗ ਹੋਇਆ ਬਾਹਰੋਂ ਬਾਹਰ ਪਾਸਪੋਰਟ ਬਣਵਾ ਕੇ ਧੰਨਾ ਵਲਾਇਤ ਚਲਾ ਗਿਆ। ਉਸ ਦੇ ਘਰੋਂ ਪਹਿਲੀ ਚਿੱਠੀ ਆਈ। ਉਸ ਦੀ ਮਾਂ ਉਸ ਦੇ ਗਮ ਨਾਲ ਭਰ ਗਈ ਸੀ। ਇਹ ਚਿੱਠੀ ਉਸ ਦੇ ਚਾਚੇ ਨੇ ਪਿੰਡ ਦੇ ਬਾਣੀਏ ਤੋਂ ਲਿਖਵਾ ਕੇ ਭੇਜੀ ਸੀ। ਉਹ ਲਿਖਤ ਵੀ ਪਛਾਣਦਾ ਸੀ। ਚਿੱਠੀ ਵਿੱਚ ਲਿਖਿਆ ਸੀ ਕਿ ਅੰਤ ਸਮੇਂ ਉਸ ਦੀ ਮਾਂ ਉਸ ਨੂੰ ਮਿਲਣ ਲਈ ਬੜੇ ਤਰਲੇ ਲੈਂਦੀ ਸੀ। ਚਿੱਠੀ ਪੜ੍ਹ ਕੇ ਉਹ ਪੱਥਰ ਜਿਹਾ ਹੋ ਗਿਆ। ਦੂਜੀ ਸਵੇਰ ਜਦ ਉਸ ਦੇ ਸਾਰੇ ਸਾਥੀ ਕੰਮ ਉੱਤੇ ਚਲੇ ਗਏ ਤਾਂ ਉਹ ਕਮਰੇ ਦਾ ਕੁੰਡਾ ਅੰਦਰੋਂ ਬੰਦ ਕਰਕੇ ਭੁੱਬੀ ਰੋਇਆ। ਪਰਦੇਸ ਬੈਠਿਆਂ ਨੂੰ ਤਾਂ ਵਤਨੀਆਂ ਦਾ ਮੋਹ ਨਹੀਂ ਮਾਣ ਹੁੰਦਾ, ਤੇ ਉਹ ਭਲਾ ਉਸ ਦੀ ਮਾਂ ਸੀ ਜਿਸ ਦੀ ਆਂਦਰ ਦਾ ਉਹ ਇੱਕ ਟੁਕੜਾ ਸੀ। ਹੌਲੀ ਹੌਲੀ ਮਾਂ ਦਾ ਦੁੱਖ ਉਸ ਨੂੰ ਭੁੱਲਦਾ ਗਿਆ ਤੇ ਚਾਚੇ ਦਾ ਬੁਢੇਪਾ ਤੇ ਚਾਚੇ ਦੀਆਂ ਧੀਆਂ ਦੀ ਜਵਾਨੀ ਉਸ ਦੀਆਂ ਅੱਖਾਂ ਸਾਹਮਣੇ ਆਉਣ ਲੱਗੀ। ਪਹਿਲਾਂ ਹੀ ਜ਼ਮੀਨ ਵਿੱਚੋਂ ਟੱਬਰ ਦਾ ਗੁਜ਼ਾਰਾ ਨਹੀਂ ਸੀ ਚੱਲਦਾ। ਹੁਣ ਅੱਧੀ ਭੌਂ ਦੀ ਕਮਾਈ ਵਿੱਚੋਂ ਉਸ ਦਾ ਚਾਚਾ ਆਪਣੀਆਂ 5 ਧੀਆਂ ਨੂੰ ਕਿਵੇਂ ਵਿਆਹ ਸਕਦਾ ਸੀ। ਇਸ ਲਈ ਧੰਨਾ ਕਿਰਸ ਕਰਕੇ ਥੋੜ੍ਹੇ ਪੈਸੇ ਬਚਾਉਂਦਾ, ਪਰ ਐਨ ਭੇਜਣ ਸਮੇਂ ਇਹੋ ਪੈਸੇ ਉਸ ਦੇ ਕਿਸੇ ਅਜਿਹੇ ਮਿੱਤਰ ਨੂੰ ਲੋੜੀਂਦੇ ਹੁੰਦੇ ਜਿਸ ਨੂੰ ਉਹ ਨਾ ਕਰ ਸਕਦਾ। ਜੇ ਉਸ ਦੇ ਚਾਚੇ ਨੇ ਕੁੜੀਆਂ ਦੇ ਪੈਸੇ ਵੱਟ ਲਏ ਤਾਂ ਉਸ ਦੇ ਖਾਨਦਾਨ ਨੂੰ ਦਾਗ ਲੱਗ ਜਾਵੇਗਾ। ਉਹ ਸੋਚਦਾ ਤੇ ਬਹੁਤ ਹੀ ਉਦਾਸ ਹੋ ਜਾਂਦਾ। ਹੋਰ 6 ਮਹੀਨੇ ਪਿੱਛੋਂ ਉਸ ਦੇ ਚਾਚੇ ਦੀ ਇੱਕ ਹੋਰ ਚਿੱਠੀ ਆਈ, ਜਿਸ ਵਿੱਚ ਬਾਕੀ ਗੱਲਾਂ ਤੇ ਭਾਵੇਂ ਠੀਕ ਹੀ ਸਨ, ਪਰ ਇੱਕ ਗੱਲ ਉਸ ਨੂੰ ਚੰਗੀ ਨਾ ਲੱਗੀ ਕਿ ਉਸ ਦੇ ਚਾਚੇ ਦੇ ਇੱਕ ਹੋਰ ਕੁੜੀ ਹੋ ਗਈ। ਉਸ ਨੇ ਚਿੱਠੀ ਦਾ ਕੋਈ ਜਵਾਬ ਨਾ ਦਿੱਤਾ। ਹੋਰ 1.5 ਕੁ ਸਾਲ ਪਿੱਛੋਂ ਚਿੱਠੀ ਆਈ ਕਿ ਉਸ ਦੇ ਚਾਚੇ ਦੇ ਘਰ ਇੱਕ ਹੋਰ ਧੀ ਜੰਮ ਪਈ ਸੀ। ਉਸ ਨੇ ਕੋਈ ਉੱਤਰ ਨਾ ਦਿੱਤਾ। ਸ਼ਾਇਦ ਉਸ ਦਾ ਚਾਚਾ ਉੱਤਰ ਮੰਗਦਾ ਹੀ ਨਹੀਂ ਸੀ। 2 ਕੁ ਵਰ੍ਹੇ ਪਿੱਛੋਂ ਇੱਕ ਹੋਰ ਚਿੱਠੀ ਆਈ ਕਿ ਉਸੇ ਘਰ ਵਿੱਚ ਉਸ ਦੀ ਇੱਕ ਹੋਰ ਭੈਣ ਆ ਗਈ ਸੀ। ਉਸ ਦੀ ਚਾਚੀ ਨੇ ਚੁਚੇਰੇ ਤੌਰ ਤੇ ਲਿਖਵਾਇਆ ਸੀ ਕਿ ਇਹ ਕੁੜੀ ਬੜੀ ਹੀ ਸੁਨੱਖੀ ਸੀ। ਉਸ ਨੇ ਇਸ ਚਿੱਠੀ ਤੋਂ ਪਿੱਛੋਂ ਚਾਚੇ ਦੀਆਂ ਧੀਆਂ ਬਾਰੇ ਸੋਚਣਾ ਹੀ ਬੰਦ ਕਰ ਦਿੱਤਾ। ਇਸ ਵੇਲੇ ਵੱਡੀ ਧੀ 17-18 ਵਰ੍ਹੇ ਦੀ ਹੋ ਗਈ ਸੀ। ਇਹ ਯਾਦ ਉਸ ਦੇ ਦਿਮਾਗ ਵਿੱਚ ਚੱਕਰ ਲਾਉਂਦੀ ਰਹੀ। ਉਸ ਤੋਂ ਪਿੱਛੋਂ 3-4 ਵਰ੍ਹੇ ਉਸ ਦੇ ਚਾਚੇ ਦੀ ਕੋਈ ਚਿੱਠੀ ਨਾ ਆਈ, ਨਾ ਕਿਸੇ ਦੇ ਜੰਮਣ ਦੀ, ਨਾ ਕਿਸੇ ਦੇ ਮਰਨ ਦੀ, ਤੇ ਨਾ ਹੀ ਕਿਸੇ ਦੇ ਵਿਆਹ ਦੀ। ਖਬਰਸਾਰ ਤੇ ਘਰ ਦੀ ਆਉਣੀ ਹੀ ਚਾਹੀਦੀ ਸੀ। ਧੰਨਾ ਸੋਚਦਾ, ਭਾਵੇਂ ਘਰ ਵਿੱਚ ਕੋਈ ਐਸੀ ਵੈਸੀ ਗੱਲ ਹੀ ਹੋ ਗਈ ਹੋਵੇ, ਅੰਤ ਉਸ ਨੇ ਵੀ ਉਸੇ ਘਰ ਜਾਣਾ ਸੀ। 4 ਪੈਸੇ ਕਮਾ ਕੇ ਲਿਆਇਆ ਤੇ ਉਸ ਦਾ ਵਿਆਹ ਵੀ ਹੋ ਸਕਦਾ ਸੀ। ਵਿਆਹ ਵਿੱਚ ਭੈਣਾਂ ਤੋਂ ਬਿਨਾਂ ਉਸ ਦੀਆਂ ਘੋੜੀਆਂ ਕੌਣ ਗਾਏਗਾ? ਚਾਚੀ ਬਿਨਾਂ ਦਰ ਲੰਘਦਿਆਂ ਪਾਣੀ ਕੌਣ ਵਾਰ ਕੇ ਪੀਏਗਾ? ਚਾਚੇ ਬਿਨਾਂ ਉਸ ਦੀ ਵਹੁਟੀ ਦੇ ਡੋਲੇ ਉੱਤੋਂ ਨੋਟ ਕੌਣ ਸੁੱਟੇਗਾ? ਉਹ ਇਹ ਵਿਹਲੇ ਸਮੇਂ ਸੋਚਦਾ। ਫਿਰ ਇੱਕ ਦਿਨ ਉਸ ਤੋਂ ਨਾ ਹੀ ਰਿਹਾ ਗਿਆ ਤਾਂ ਉਸ ਨੇ ਆਪਣੇ ਚਾਚੇ ਦੇ ਨਾਂ ਤੇ ਇੱਕ ਬਹੁਤ ਹੀ ਮੁਹੱਬਤ ਭਰੀ ਚਿੱਠੀ ਲਿਖੀ ਤੇ ਨਾਲ ਹੀ ਵੱਡੀ ਕੁੜੀ ਦਾ ਵਿਆਹ ਕਰਨ ਲਈ ਸਰਦੇ ਬਣਦੇ ਪੈਸੇ ਵੀ ਭੇਜ ਦਿੱਤੇ।
5-6 ਮਹੀਨੇ ਉਸ ਦੀ ਚਿੱਠੀ ਦਾ ਕੋਈ ਉੱਤਰ ਨਾ ਆਇਆ। ਪੈਸੇ ਪਹੁੰਚਣ ਦੀ ਰਸੀਦ ਮਿਲੀ, ਪਰ ਉਸ ਨੇ ਫਾੜ ਕੇ ਨਾਲੀ ਵਿੱਚ ਸੁੱਟ ਦਿੱਤੀ ਤੇ ਉਸ ਦਿਨ ਉਸ ਨੇ ਆਪਣੇ ਇੱਕ ਨਜ਼ਦੀਕੀ ਦੋਸਤ ਨਾਲ ਬਹਿ ਕੇ ਰੱਜਵੀਂ ਸ਼ਰਾਬ ਪੀਤੀ ਤੇ ਫਿਰ ਆਪਣੇ ਘਰ ਦੀਆਂ, ਆਪਣੀ ਮਾਂ ਦੀਆਂ, ਆਪਣੇ ਚਾਚੇ ਦੀਆਂ ਤੇ ਆਪਣੀਆਂ ਭੈਣਾਂ ਦੀਆਂ ਗੱਲਾਂ ਕੀਤੀਆਂ। ਅਸੀਂ ਜੱਟ ਹੁੰਨੇ ਆ ਕਹਿ ਕੇ ਉਹ ਗੱਲ ਸ਼ੁਰੂ ਕਰਦਾ ਤੇ ਆਪਣੇ ਜਟੂਪਣੇ ਦੇ ਗੁਣ ਗਾਉਂਦਾ। ਗੱਲ ਕਿਧਰੇ ਦੀ ਕਿਧਰੇ ਲੈ ਜਾਂਦਾ। ਆਪਣੇ ਚਾਚੇ ਬਾਰੇ ਉਸਨੇ ਦੱਸਿਆ ਕਿ ਨਿਰਾ ਉਜੱਡ ਹੈ, ਭਾਵੇਂ ਭੁੱਖਾ ਮਰਦਾ ਹੋਵੇ, ਪਿੰਡ ਆਏ ਥਾਣੇਦਾਰ ਨੂੰ ਸਲਾਮ ਨਹੀਂ ਕਹਿੰਦਾ, ਤੁਰੇ ਜਾਂਦੇ ਸਿਪਾਹੀ ਨੂੰ ਤਾਂ ਐਵੇਂ ਗਾਲ ਕੱਢ ਦਿੰਦਾ ਹੈ, ਬੈਠਾ ਬੈਠਾ ਬਾਣੀਏ ਦੇ ਹੂਰੇ ਲਾ ਦਿੰਦਾ ਹੈ। ਨਿੱਕੀ ਨਿੱਕੀ ਗੱਲ ਪਿੱਛੇ ਪਿੰਡ ਦੇ ਪਟਵਾਰੀ ਨਾਲ ਖੈਬੜ ਪੈਂਦਾ ਹੈ। ਕੇਵਲ ਗੁਰਦੁਆਰੇ ਦਾ ਭਾਈ ਹੈ ਜਿਸ ਨੂੰ ਉਹ ਭਾਈ ਜੀ ਕਹਿ ਕੇ ਬੁਲਾਉਂਦਾ ਹੈ। ਗਾਲ ਕੱਢਣ ਲੱਗਿਆ ਤਾਂ ਧਰਤ ਅਸਮਾਨ ਇੱਕ ਕਰ ਦਿੰਦਾ ਹੈ। ਇਹ ਕਿਵੇਂ ਹੋ ਸਕਦਾ ਹੈ ਕਿ ਉਹ ਆਪਣੀ ਧੀ ਦੇ ਪੈਸੇ ਵੱਟੇ, ਉਹ ਅੰਤ ਨਤੀਜਾ ਕੱਢ ਕੇ ਚੁੱਪ ਹੋ ਗਿਆ। ਇਹਨਾਂ ਗੱਲਾਂ ਨੇ ਉਸ ਦੇ ਮਨ ਦਾ ਬੋਝ ਕਾਫੀ ਹੌਲਾ ਕਰ ਦਿੱਤਾ ਤੇ ਰਾਤ ਉਸ ਨੂੰ ਢਾਈ ਨੀਂਦ ਪਈ। 6 ਮਹੀਨੇ ਹੋਰ ਲੰਘ ਗਏ ਜਦੋਂ ਉਸ ਨੂੰ ਇੱਕ ਗੁਰਮੁਖੀ ਅੱਖਰਾਂ ਵਿੱਚ ਲਿਖੀ ਹੋਈ ਚਿੱਠੀ ਮਿਲੀ। ਉਸ ਦੇ ਪਿੰਡ ਸਾਰੇ ਉਰਦੂ ਹੀ ਪੜ੍ਹੇ ਸਨ, ਪੰਜਾਬੀ ਤਾਂ ਉਸ ਦੇ ਨਾਨਕੀ ਦਾਦਕੀ ਕੋਈ ਨਹੀਂ ਸੀ ਜਾਣਦਾ। ਉਹ ਚਿੱਠੀ ਵੇਖ ਕੇ ਹੈਰਾਨ ਜਿਹਾ ਹੋ ਗਿਆ। ਵਰਕਾ ਪਰਤ ਕੇ ਜਦ ਉਸਨੇ ਚਿੱਠੀ ਦੀ ਆਖਰੀ ਸਤਰ ਵੇਖੀ ਤਾਂ ਟੁੱਟੇ ਜਿਹੇ ਅੱਖਰਾਂ ਵਿੱਚ ਬੰਤੋਂ ਲਿਖਿਆ ਹੋਇਆ ਸੀ। ਪੰਜਾਬੀ ਧੰਨੇ ਨੂੰ ਵੀ ਚੰਗੀ ਤਰ੍ਹਾਂ ਨਹੀਂ ਸੀ ਆਉਂਦੀ ਤੇ ਇਹ ਨਾਂ ਵੀ ਉਸਨੇ ਮਸਾਂ ਬੱਬਾ ਨੰਨਾ ਤੇ ਤੱਤਾ ਜੋੜ ਕੇ ਉਠਾਇਆ ਸੀ। ਚਿੱਠੀ ਉਸ ਦੀ ਭੈਣ ਬੰਤੋਂ ਨੇ ਲਿਖੀ ਸੀ। ਝਟਪਟ ਕਿਸੇ ਪੰਜਾਬੀ ਜਾਣਨ ਵਾਲੇ ਕੋਲ ਲਿਜਾ ਕੇ ਉਸਨੇ ਚਿੱਠੀ ਸੁਣੀ। ਪਰਮ ਪਿਆਰੇ ਵੀਰ ਧੰਨਾ ਸਿੰਘ ਜੀ, ਸੁੱਖ ਸਾਂਦ ਦਾ ਜ਼ਿਕਰ ਕਰਕੇ ਲਿਖਿਆ ਸੀ। ਆਪਣੇ ਰੋੜੀ ਵਾਲੇ ਟੋਭੇ ਉੱਤੇ ਜਿਹੜੇ ਬਾਬੇ ਰਹਿੰਦੇ ਸੀ ਉਹ ਸਵਰਗਵਾਸ ਹੋ ਗਏ ਨੇ ਜੀ। ਤਾਈ ਦੇ ਸਵਰਗਵਾਸ ਹੋਣ ਤੋਂ ਪਿੱਛੋਂ ਬਾਪੂ ਜੀ ਉਹਨਾਂ ਕੋਲ ਜਾਣ ਲੱਗ ਪਏ ਸੀ। ਬਾਪੂ ਜੀ ਉਹਨਾਂ ਦਾ ਜੀ ਲਾਈ ਰੱਖਦੇ ਸੀ। ਉਹ ਬਾਪੂ ਜੀ ਦੀਆਂ ਗੱਲਾਂ ਤੇ ਹੱਸਦੇ ਰਹਿੰਦੇ ਸੀ। ਵੀਰ ਜੀ ਉਹ ਬੜੇ ਚੰਗੇ ਸੀ ਜੀ, ਉਹਨਾਂ ਕੋਲ ਇੰਨੇ ਬੜੇ ਰੁਪਈਏ ਸੀ ਜੀ। ਬਾਪੂ ਜੀ ਉਹਨਾਂ ਦੇ ਭਗਤ ਬਣ ਗਏ ਸੀ। ਹੁਣ ਬਾਪੂ ਜੀ ਬਾਬਿਆਂ ਦੀ ਗੱਦੀ ਤੇ ਬੈਠੇ ਹੋਏ ਨੇ। ਵੀਰ ਜੀ ਮੈਨੂੰ ਤੇ ਚੰਨੂ ਨੂੰ ਗੁੱਜਰਪੁਰ ਵਿਆਹ ਦਿੱਤਾ ਹੈ। ਦੋਨੋਂ ਭਰਾ ਹੈ ਨੇ ਜੀ। ਚੰਨੋ ਦਾ ਪ੍ਰਾਹੁਣਾ ਬੜਾ ਚੰਗਾ ਹੈ ਜੀ। ਸਾਡਾ ਆਪਣਾ ਖੂਹ ਹੈ, ਖੇਤ ਵਿੱਚ ਸਾਡੀ ਹਵੇਲੀ ਹੈ, 2 ਮੱਝਾਂ ਵੀ ਨੇ। ਵੀਰ ਜੀ ਇੱਕ ਬੁਰੀ ਹੈ ਤੇ ਦੂਜੀ ਕੁੰਡੀ ਹੈ। ਮੈਂ ਤੇ ਚੰਨੋ ਉਸ ਦਿਨ ਤੁਹਾਨੂੰ ਚੇਤੇ ਕਰ ਬੜੀਆਂ ਰੋਈਆਂ ਸੀ। ਸਾਡਾ ਮਿਲਣ ਨੂੰ ਬੜਾ ਜੀ ਕਰਦਾ ਸੀ, ਤੁਸੀਂ ਆਉਂਦੇ ਨਹੀਂ ਜੀ। ਆਪਣੇ ਕੋਲ ਰੱਬ ਦਾ ਦਿੱਤਾ ਸਭ ਕੁਝ ਹੈ, ਰੱਬ ਛੱਪਰ ਪਾੜ ਕੇ ਦਿੰਦਾ ਹੈ। ਚੰਨੋ ਗੁੱਜਰਪੁਰ ਗਈ ਹੋਈ ਹੈ। ਰੋੜੀ ਵਾਲੇ ਟੋਭੇ ਤੇ ਪਹਿਲਾਂ ਨਾਲੋਂ ਵੀ ਬਹੁਤ ਲੋਕੀ ਆਉਂਦੇ ਨੇ। ਬਾਪੂ ਜੀ ਗਾਲਾਂ ਕੱਢਣ ਨਹੀਂ ਹਟਦੇ, ਉਹ ਫੇਰ ਵੀ ਚੜਾਵੇ ਝਾੜ ਜਾਂਦੇ ਨੇ। ਬਾਪੂ ਜੀ ਸਾਨੂੰ ਵੀ ਗਾਲਾਂ ਕੱਢਦੇ ਨੇ। ਵੀਰ ਜੀ ਉਹ ਤਾਂ ਤੁਹਾਨੂੰ ਵੀ ਗਾਲਾਂ ਕੱਢਦੇ ਨੇ, ਉਹਨਾਂ ਦਾ ਗੁੱਸਾ ਨਾ ਕਰਨਾ, ਉਹ ਤਾਂ ਰੱਬ ਨੂੰ ਵੀ ਗਾਲਾਂ ਕੱਢੀ ਜਾਂਦੇ ਨੇ। ਉਹ ਕਿਸੇ ਦੇ ਆਖੇ ਨਹੀਂ ਲੱਗਦੇ। ਇੰਝ ਉਹ ਪਾਗਲ ਨਹੀਂ, ਚੰਗੀਆਂ ਭਲੀਆਂ ਗੱਲਾਂ ਕਰਦੇ ਨੇ। ਅਸੀਂ ਆਪਣੇ ਝੋਟੇ ਵੇਚ ਦਿੱਤੇ ਨੇ, ਹੁਣ ਸਾਨੂੰ ਪਸ਼ੂ ਵੀ ਨਹੀਂ ਚਾਰਨੇ ਪੈਂਦੇ। ਆਪਣੇ ਗੁਰਦੁਆਰੇ ਦੇ ਭਾਈ ਸਵਰਗਵਾਸ ਹੋ ਗਏ ਨੇ। ਸਾਨੂੰ ਪੜ੍ਹਾਉਂਦੇ ਹੁੰਦੇ ਸੀ ਜੋ ਹੰਸੋ ਜੀਤੋ ਵੀ ਮੰਗ ਦਿੱਤੀਆਂ ਨੇ। ਜਿਹੜੇ ਤੁਸੀਂ ਪੈਸੇ ਭੇਜੇ ਸੀ ਉਹ ਬਾਪੂ ਜੀ ਨੇ ਫੂਕ ਦਿੱਤੇ ਸੀ। ਉਹ ਬਾਬਿਆਂ ਵਾਂਗ ਹੀ ਕਰਦੇ ਨੇ, ਜਿਹੜੀ ਚੀਜ਼ ਹੱਥ ਲੱਗਦੀ ਹੈ ਫੂਕ ਦਿੰਦੇ ਨੇ। ਤੁਸੀਂ ਕਦੋਂ ਆਓਗੇ? ਆਪਣਾ ਭਾਂਜਾ ਨਹੀਂ ਦੇਖਣਾ ਤੁਸੀਂ? ਤੇ ਅੱਗੋਂ ਭੁੱਲ ਚੁੱਕ ਦੀ ਮਾਫੀ ਮੰਗੀ ਹੋਈ ਸੀ, ਜਾਂ ਨਿੱਕੀਆਂ ਭੈਣਾਂ ਵੱਲੋਂ ਸਤਿ ਸ਼੍ਰੀ ਅਕਾਲ ਤੇ ਚਾਚੀ ਵੱਲੋਂ ਬਹੁਤਾ ਬਹੁਤਾ ਪਿਆਰ ਸੀ। ਚਿੱਠੀ ਸੁਣ ਕੇ ਧੰਨੇ ਨੇ ਆਪਣੀ ਜੇਬ ਵਿੱਚ ਪਾ ਲਈ। ਧੰਨੇ ਨੂੰ ਜਿਵੇਂ ਯਕੀਨ ਨਹੀਂ ਸੀ ਆਉਂਦਾ, ਇਹ ਸਭ ਕੁਝ ਕਿਸ ਤਰ੍ਹਾਂ ਹੋ ਗਿਆ ਸੀ। ਉਹ ਪੰਜਾਬੀ ਨਹੀਂ ਸੀ ਜਾਣਦਾ, ਫੇਰ ਵੀ ਚਿੱਠੀ ਨੂੰ ਖੋਲ੍ਹ ਕੇ ਇਸ ਤਰ੍ਹਾਂ ਤੱਕੀ ਜਾਂਦਾ ਸੀ ਜਿਵੇਂ ਬੜੇ ਗੌਰ ਨਾਲ ਪੜ੍ਹ ਕੇ ਮਤਲਬ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਫਿਰ ਉਸ ਨੇ ਰੂੜੀ ਵਾਲੇ ਟੋਭੇ ਦੇ ਮਹੰਤ ਬਾਰੇ ਸੋਚਣਾ ਸ਼ੁਰੂ ਕੀਤਾ। ਉਹ ਤਾਂ ਜੋ ਵੀ ਉਸ ਨੂੰ ਮਿਲਦਾ ਸੀ
ਨਸ਼ਟ ਕਰ ਦਿੰਦਾ ਸੀ। ਕੋਈ 5 ਗ੍ਰੰਥੀ ਲਿਆ ਕੇ ਦਿੰਦਾ ਤਾਂ ਵਰਕਾ ਕਰਕੇ ਫਾੜ ਦਿੰਦਾ। ਕੋਈ ਰੋਟੀ ਲਿਆ ਕੇ ਦਿੰਦਾ ਤਾਂ ਕੁੱਤਿਆਂ ਨੂੰ ਪਾ ਦਿੰਦਾ। ਉਹ 5 ਗ੍ਰੰਥੀਆਂ 10 ਗ੍ਰੰਥੀਆਂ ਤੇ ਗੁਟਕਿਆਂ ਦੀ ਧੂਣੀ ਵਾਲੀ ਰੱਖਦਾ ਸੀ। ਉਸ ਨੂੰ ਆਉਂਦਾ ਜਾਂਦਾ ਹੀ ਕੀ ਸੀ। ਗੁਣ ਗਿਆਨ ਵਿੱਚ ਤਾਂ ਉਹ ਧੰਨੇ ਦੇ ਚਾਚੇ ਨਾਲੋਂ ਵੀ ਗਿਆ ਗੁਜ਼ਰਿਆ ਸੀ। ਲੋਕ ਤਾਂ ਮੂਰਖ ਸਨ ਜਿਹੜੇ ਉਸ ਦੇ ਪਿੱਛੇ ਲੱਗੇ ਹੋਏ ਸਨ। ਉਹ ਸੋਚਦਾ ਉਸ ਦਾ ਚਾਚਾ ਵੀ ਉਸੇ ਤਰ੍ਹਾਂ ਕਰਦਾ ਹੋਵੇਗਾ। ਬੁਢਾਪੇ ਵਿੱਚ ਤਾਂ ਚੰਗੇ ਭਲੇ ਬੰਦੇ ਦਾ ਦਿਮਾਗ ਫਿਰ ਜਾਂਦਾ ਏ। ਉਸ ਦਾ ਚਾਚਾ ਤੇ ਕਬੀਲਦਾਰ ਸੀ, ਨਾਲੇ ਸਾਧ ਤੇ ਲੁੱਚਾ ਸੀ ਨਿਰਾ। ਲੋਕ ਉਸ ਨੂੰ ਫਿਰ ਵੀ ਪੂਜਦੇ ਰਹਿੰਦੇ ਸਨ। ਠੀਕ ਹੀ ਲਿਖਦੀ ਏ ਬੰਤੋ, ਚਾਚੇ ਨੂੰ ਵੀ ਪੂਜਦੇ ਹੋਣਗੇ। ਉਹ ਗਾਲਾਂ ਕੱਢਣ ਨੂੰ ਨਹੀਂ ਹਟਦਾ ਹੋਣਾ। ਲੋਕਾਂ ਦਾ ਕੀ ਹੈ ਜਿਹੜਾ ਡਰਾਵੇ ਉਸ ਤੋਂ ਡਰਦੇ ਹਨ। ਪਰ ਉਹ ਸਾਧ ਕਿਉਂ ਬਣ ਗਿਆ ਮੂਰਖ। ਉਸ ਨੇ ਤਾਂ ਜੱਟਾਂ ਦਾ ਨਾਮ ਬਦਨਾਮ ਕਰ ਦਿੱਤਾ। ਕਿਧਰੇ ਚਾਚੀ ਨੇ ਬੰਤੋ ਤੋਂ ਚੰਨੋ ਦੇ ਪੈਸੇ ਤਾਂ ਨਹੀਂ ਵੱਟ ਲਏ, ਜਾਂ ਉਹ ਗੁੱਜਰਪੁਰ ਦੇ ਮੁੰਡਿਆਂ ਨਾਲ ਭੱਜ ਤਾਂ ਨਹੀਂ ਗਈਆਂ ਸ਼ਾਇਦ। ਉਹ ਵਲੈਤ ਬੈਠਾ ਆਪਣੇ ਚਾਚੇ ਨੂੰ ਗਾਲਾਂ ਕੱਢਦਾ। ਜੱਟ ਤੇ ਸਾਧ ਪੁਣਾ ਕੀ ਕਹੂ। ਜੱਟ ਤਾਂ ਜਮਾਂਦਰੂ ਹੀ ਸਾਧ ਹੁੰਦਾ ਏ। ਜੱਟ ਨਾਲ ਦਾ ਭਗਤ ਕੌਣ ਹੈ। ਸਾਰੀ ਦੁਨੀਆ ਦੇ ਮੂੰਹ ਹੀ ਰੋਟੀ ਪਾਉਂਦਾ ਏ। ਧੰਨਾ ਊਲ ਜਲੂਲ ਜਿਹੀਆਂ ਸੋਚਾਂ ਸੋਚਦਾ ਰਹਿੰਦਾ ਤੇ ਫਿਰ ਉਹ ਬੰਤੋ ਤੇ ਚੰਨੋ ਦੇ ਪਰਿਵਾਰ ਬਾਰੇ ਸੋਚਣ ਲੱਗ ਜਾਂਦਾ। ਚੰਨੋ ਦੀ ਗੋਦੀ ਖੇਡਦੇ ਆਪਣੇ ਭਾਂਜੇ ਬਾਰੇ ਸੋਚਣ ਲੱਗ ਜਾਂਦਾ। ਆਪਣੀ ਗਹਿਣੇ ਧਰੀ ਜ਼ਮੀਨ ਬਾਰੇ ਸੋਚਦਾ, ਆਪਣੇ ਚਾਚੇ ਬਾਰੇ ਸੋਚਦਾ ਤੇ ਆਪਣੀ ਜਾਤ ਦੀ ਹੋਈ ਨਿਰਾਦਰੀ ਬਾਰੇ ਸੋਚਦਾ। ਇੱਕ ਦਿਨ ਉਸ ਨੇ ਆਪਣੇ ਦੇਸ਼ ਦਾ ਟਿਕਟ ਲਿਆ, ਸ਼ਾਇਦ ਇਸ ਲਈ ਕਿ ਉਹ ਪਿੰਡ ਜਾ ਕੇ ਆਪਣੇ ਚਾਚੇ ਨੂੰ ਉਸ ਦੇ ਜੱਟ ਹੋਣ ਦਾ ਅਹਿਸਾਸ ਕਰਾਵੇਗਾ ਤੇ ਉਸ ਦਾ ਮਹੰਤਪੁਣਾ ਛੁਡਵਾ ਦੇਵੇਗਾ। ਇੱਕ ਸਵੇਰ ਸਟੇਸ਼ਨ ਤੋਂ ਸਾਲਮ ਤਾਂਗਾ ਕਰਕੇ ਧੰਨਾ ਆਪਣੇ ਪਿੰਡ ਦੀ ਜੂਹ ਵਿੱਚ ਆ ਵੜਿਆ। ਅੰਗਰੇਜ਼ੀ ਢੰਗ ਦਾ ਉਸ ਨੇ ਕੋਟ ਪੈਂਟ ਪਾਇਆ ਹੋਇਆ ਸੀ। ਸਿਰ ਤੇ ਉਸ ਨੇ ਸਾਬਾਂ ਵਾਲਾ ਟੋਪ ਲਿਆ ਹੋਇਆ ਸੀ। ਹੱਥ ਵਿੱਚ ਉਸ ਦੇ ਇੱਕ ਛਿੱਟੀ ਸੀ। ਤਾਂਗੇ ਵਿੱਚ ਇੱਕ ਬਿਸਤਰਾ ਸੀ ਤੇ ਇੱਕ ਸੂਟਕੇਸ। ਉਸ ਦੀ ਜੇਬ ਵਿੱਚ ਪੈਸੇ ਸਨ, ਗਹਿਣੇ ਧਰੀ ਜ਼ਮੀਨ ਛੁਡਾਉਣ ਤੇ ਵਿਆਹ ਕਰਵਾਉਣ ਲਈ। ਪਿੰਡ ਦੀ ਜੂਹ ਵਿੱਚ ਵੜ ਕੇ ਰਸਤੇ ਵਿੱਚ ਸਭ ਤੋਂ ਪਹਿਲਾਂ ਰੂੜੀ ਵਾਲਾ ਟੋਭਾ ਹੀ ਆਉਂਦਾ ਸੀ। ਪਹਿਲਾਂ ਆਪਣੇ ਚਾਚੇ ਨੂੰ ਹੀ ਦੇਖਾਂ, ਉਸਨੇ ਸੋਚਿਆ। ਚਾਚੇ ਤੋਂ ਉਹ ਪਛਾਣਿਆ ਵੀ ਨਹੀਂ ਜਾਣਾ। ਉਹ ਸੋਚਦਾ ਗਿਆ। ਰੂੜੀ ਵਾਲਾ ਟੋਭਾ ਵੀ ਆ ਗਿਆ। ਉਸਨੇ ਵੇਖਿਆ ਉਸ ਦਾ ਚਾਚਾ ਪਹਿਲਾਂ ਵਾਲੇ ਮਹੱਤ ਵਾਂਗ ਹੀ ਧੂਣੀ ਲਾਈ ਬੈਠਾ ਸੀ। ਉਸ ਨੇ ਹੱਥ ਵਿੱਚ ਇੱਕ 10ਮ ਗ੍ਰੰਥੀ ਸੀ, ਜਿਸ ਦੇ ਵਰਕੇ ਕੱਲੇ ਕਰਕੇ ਉਹ ਅੱਗ ਵਿੱਚ ਸੁੱਟੀ ਜਾ ਰਿਹਾ ਸੀ। ਲੋਕੀ ਉਸ ਨੂੰ ਮੱਥਾ ਟੇਕ ਕੇ ਤੇ ਅੱਖ ਬਚਾ ਕੇ ਚੜਾਵੇ ਵਾਲੀਆਂ ਚੀਜ਼ਾਂ ਅੰਦਰ ਇੱਕ ਕੋਠੇ ਜਿਹੇ ਵਿੱਚ ਰੱਖੀ ਜਾਂਦੇ ਸਨ। ਨਜ਼ਰ ਪੈ ਜਾਵੇ ਤਾਂ ਉਹ ਸ਼ਾਇਦ ਕਿਸੇ ਦਾ ਚੜਾਵਾ ਪ੍ਰਵਾਨ ਨਹੀਂ ਕਰਦਾ ਹੋਣਾ। ਧੰਨਾ ਟਾਂਗੇ ਵਿੱਚੋਂ ਛਾਲ ਮਾਰ ਕੇ ਉਤਰਿਆ। ਆਪਣੇ ਚਾਚੇ ਦੇ ਸਾਹਮਣੇ ਖਲੋ ਕੇ ਉਸਨੇ ਜੈਕਾਰਾ ਗੱਜਿਆ, ਸਤਿ ਸ਼੍ਰੀ ਅਕਾਲ ਚਾਚਾ। ਓਏ ਕਿਹੜਾ ਏ ਤੂੰ, ਸਾਲਿਆ ਚਾਚੇ ਦਿਆ ਤੇ ਭੜੂਆ ਸਤਿ ਸ਼੍ਰੀ ਅਕਾਲ ਦਾ। ਉਸ ਦੇ ਭਗਤ ਚਾਚੇ ਨੇ ਆਪਣੇ ਅੰਦਾਜ਼ ਵਿੱਚ ਪੁੱਛਿਆ। ਚਾਚੇ ਨੂੰ ਸੁਣ ਕੇ ਧੰਨਾ ਜਰਾ ਕੁ ਝਿਜਕ ਗਿਆ, ਕੁਝ ਆਪਣੀ ਪਿਛਲੀ ਗਲਤੀ ਕਾਰਨ ਤੇ ਕੁਝ ਚਾਚੇ ਦੇ ਹੁਣ ਦੇ ਰੋਹਬ ਕਾਰਨ। ਉਸ ਦੇ ਚਾਚੇ ਦਾ ਹਾਲੀ ਗਿਆ ਹੀ ਕੀ ਸੀ। ਸਿਹਤ ਪਹਿਲਾਂ ਨਾਲੋਂ ਚੰਗੀ ਤੇ ਰੋਹਬ ਪਹਿਲਾਂ ਨਾਲੋਂ ਚੌਗੁਣਾ। ਚੜਾਵੇ ਚੜਾਉਣ ਆਏ ਲੋਕ ਉਸ ਕੋਲ ਖੜੇ ਥਰ-ਥਰ ਕੰਬਦੇ ਸਨ। ਓਏ ਬੋਲਦਾ ਕਿਉਂ ਨਹੀਂ ਸਹੁਰਿਆਂ ਵਿਹੜਿਆਂ ਦਿਆ, ਚਾਚਾ ਫੇਰ ਬੋਲਿਆ। ਮੈਂ ਆ ਚਾਚਾ, ਧੰਨਾ ਤੇਰਾ ਭਤੀਜਾ। ਤੂੰ ਪਛਾਣਿਆ ਨਹੀਂ? ਉਹ ਝਿਜਕ ਕੇ ਬੋਲਿਆ। ਅੱਛਾ, ਤੇ ਪਹਿਲਾਂ ਕਿਉਂ ਨਹੀਂ ਦੱਸਿਆ? ਧੰਨੇ ਦੇ ਚਾਚੇ ਨੇ ਧੰਨੇ ਦੇ ਮੂੰਹ ਵਿੱਚ ਆ ਕੇ ਕਿਹਾ। ਮੈਂ ਤੈਨੂੰ ਗਾਲ ਹੀ ਨਾ ਕੱਢਦਾ, ਤੇ ਉਸ ਨੇ ਬਾਂਹ ਤੋਂ ਫੜ ਕੇ ਧੰਨੇ ਨੂੰ ਆਪਣੇ ਕੋਲ ਬਿਠਾ ਲਿਆ। ਕੋਲ ਖੜੇ ਬੰਦਿਆਂ ਨੂੰ ਉਸ ਨੇ ਝਰਕ ਕੇ ਭਜਾ ਦਿੱਤਾ ਤੇ ਆਪਣੇ ਉਸ ਨੂੰ ਜੱਫੀ ਵਿੱਚ ਲੈ ਕੇ ਕਹਿਣ ਲੱਗਿਆ, ਓਏ ਸਹੁਰਿਆ, ਤੂੰ ਤੇ ਬਿਲਕੁਲ ਹੀ ਨਿਰਮੋਹਾ ਹੋ ਗਿਆ। ਮੈਂ ਤੇਰੇ ਲਈ ਇੰਨਾ ਕੁਝ ਕੀਤਾ। ਜਾ ਆਪਣੀ ਚਾਚੀ ਕੋਲ ਤੇ ਮੈਂ ਰਾਤ ਨੂੰ ਆ ਕੇ ਦੱਸਾਂਗਾ ਸਭ ਕੁਝ। ਦੂਰੋਂ ਆਉਂਦੀਆਂ ਸੰਗਤਾਂ ਨੂੰ ਵੇਖ ਕੇ ਉਸ ਨੇ ਮੋਹ ਮਾਇਆ ਤੇ ਜੱਫੀ ਖੋਲ੍ਹ ਦਿੱਤੀ। ਧੰਨਾ ਹੈਰਾਨ ਹੋ ਕੇ
ਉਸ ਦੀ ਜੱਫੀ ਵਿੱਚੋਂ ਨਿਕਲ ਚੜਾਵੇ ਚੜ੍ਹਨ ਵਾਲੇ ਕੱਚੇ ਕੋਠੇ ਵਿੱਚ ਜਾ ਵੜਿਆ। ਅੰਦਰ ਜਾ ਕੇ ਉਸਨੇ ਵੇਖਿਆ ਦਾਣਿਆਂ ਦਾ ਬੋਝ ਲੱਗਾ ਪਿਆ ਸੀ। ਐਡਾ ਬੋਝ ਉਸਨੇ ਛੋਟੇ ਹੁੰਦਿਆਂ ਲੰਬੜਦਾਰ ਦੇ ਪੈੜ ਵਿੱਚ ਦੇਖਿਆ ਸੀ, ਜਿਸ ਦੀ 1000 ਬਿੱਗੇ ਜ਼ਮੀਨ ਸੀ। ਲੈ ਵੀ ਜਾ ਹੁਣ ਆਪਣੇ ਤਾਂਗੇ ਨੂੰ, ਬਾਹਰੋਂ ਚਾਚੇ ਦੀ ਆਵਾਜ਼ ਆਈ। ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।